ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚਕਰ ਚਹਨਿਆਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ ਤਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਪ੍ਰਭ ਜੀ ਤੋ ਕਹਿ ਲਾਜ ਹਮਾਰੀ ਨੀਲਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ ਪਰਮ ਪੁਰਖ ਪਰਮੇਸ਼ਰ ਸੁਆਮੀ ਪਾਵਨ ਪਉਨ ਆਹਾਰੀ ਮਾਧਵ ਮਹਾਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ ਨਿਰਵਿਕਾਰ ਨਿਰਜੁਰ ਨਿੰਦਰਾ ਬਿਨ ਨਿਰਵਿਖ ਨਰਕ ਨਿਵਾਰੀ ਕਿਰਪਾ ਸਿੰਧ ਕਾਲ ਤ੍ਰੈ ਦਰਸੀ ਕੁਕਰਿਤ ਪਰਨਾਸਨ ਕਾਰੀ ਤਨ ਰੂਪਾਨ ਧ੍ਰਿਤ ਮਾਨ ਤਰਾ ਧਰ ਅਨ ਵਿਕਾਰ ਅਸਤਾਰੀ ਹੋ ਮਤ ਮੰਦ ਚਰਨ ਸ਼ਰਣਾਗਤ ਕਰ ਗਹਿ ਲਿਹੋ ਉਭਾਰੀ ਹੋ ਮਤ ਮੰਦ ਚਰਨ ਸ਼ਰਣਾਗਤ ਕਰ ਗਹਿ ਲਿਹੋ ਉਭਾਰੀ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ
ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਜੰਮਣਾ ਮਰਣਾ ਮਿਟ ਗਿਆ, ਕਾਲੈ ਕਾ ਕਿਛ ਨਾ ਬਸਾਏ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਜੰਮਣਾ ਮਰਣਾ ਮਿਟ ਗਿਆ, ਕਾਲੈ ਕਾ ਕਿਛ ਨਾ ਬਸਾਏ। ਹਰ ਸੇਤੀ ਮਨ ਰਵ ਰਹਿਆ, ਸੱਚੇ ਰਹਿਆ ਸਮਾਏ। ਨਾਨਕ ਹਉ ਬਲਿਹਾਰੀ ਤਿਨ ਕੋ, ਜੋ ਚੱਲਨ ਸਤਿਗੁਰ ਭਾਏ। ਮਹੱਲਾ ਤੀਜਾ। ਬਿਨ ਸ਼ਬਦੈ ਸੁਧ ਨ ਹੋਵਈ, ਜੇ ਅਨੇਕ ਕਰੈ ਸੀਗਾਰ। ਪਿਰ ਕੀ ਸਾਰ ਨ ਜਾਣਈ, ਦੂਜੈ ਪਏ ਪਿਆਰ। ਸਾਕ ਸੁਧ ਸਾਕ ਲਖਣੀ, ਨਾਨਕ ਨਾਰੀ ਵਿੱਚ ਕੁਨਾਰ। ਪੌੜੀ। ਹਰ ਹਰ ਆਪਣੀ ਦਇਆ ਕਰ, ਹਰ ਬੋਲੀ ਬੈਣੀ। ਹਰ ਨਾਮ ਧਿਆਈ, ਹਰ ਉਚਰਾ, ਹਰ ਲਾਹਾ ਲੈਣੀ। ਜੋ ਜਪਦੇ ਹਰ ਹਰ ਦਿਨ ਸੁਰਾਤ, ਤਿਨ ਹਉ ਕੁਰਬੈਣੀ। ਜਿਨਾ ਸਤਿਗੁਰ ਮੇਰਾ ਪਿਆਰਾ ਆਰਾਧਿਆ, ਤਿਨ ਜਨ ਦੇਖਾ ਨੈਣੀ। ਹਉ ਵਾਰਿਆ ਆਪਣੇ ਗੁਰੂ ਕੋ, ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ। ਜਿਨਾ ਸਤਿਗੁਰ ਮੇਰਾ ਪਿਆਰਾ ਆਰਾਧਿਆ, ਤਿਨ ਜਨ ਦੇਖਾ ਨੈਣੀ। ਹਉ ਵਾਰਿਆ ਆਪਣੇ ਗੁਰੂ ਕੋ, ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੇ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਤੰਤਾ ਦੇ ਪਾਤਰ ਹੋ ਕਿ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਹਾਜ਼ਰੀਆਂ ਲਵਾ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ। ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਨੇ ਗਾਇਨ ਕੀਤੇ ਹਨ। ਆਪ ਜੀ ਨੇ ਸਤਿਕਾਰ ਸਹਿਤ ਸਰਵਣ ਕੀਤੇ ਹਨ। ਇਹ ਸਰਵਣ ਭਗਤੀ ਹੈ, ਕੀਰਤਨ ਭਗਤੀ ਹੈ। 9 ਪ੍ਰਕਾਰ ਦੀ ਭਗਤੀ ਚੋਂ ਕੋਈ ਇੱਕ ਭਗਤੀ ਵੀ ਪ੍ਰੇਮ ਭਾਵ ਨਾਲ ਕਰ ਲਵੇ ਤਾਂ ਉਹਦਾ ਇਸ ਭਾਵ ਸਾਗਰ ਤੋਂ ਪਾਰ ਉਤਾਰਾ ਹੋ ਜਾਂਦਾ। ਚਾਹੇ ਉਹ ਕੀਰਤਨ ਭਗਤੀ ਕਰ ਲਵੇ, ਸਰਵਣ ਭਗਤੀ ਕਰ ਲਵੇ, ਪਾਦ ਸੇਵਨ ਭਗਤੀ ਕਰ ਲਵੇ, ਸਿਮਰਨ ਭਗਤੀ ਕਰ ਲਵੇ, ਦਰਸ਼ਨ ਭਗਤੀ ਕਰ ਲਵੇ,
9 ਪ੍ਰਕਾਰ ਦੀ ਭਗਤੀ ਚੋਂ ਇੱਕ ਵੀ ਭਗਤੀ ਕੋਈ ਤਤਪਰ ਹੋ ਕੇ ਕਰ ਲੈਂਦਾ ਹੈ ਤਾਂ ਉਹਦੀ ਬੰਦ ਖਲਾਸੀ ਹੋ ਜਾਂਦੀ ਹੈ। ਇਹ ਸਰਵਣ ਭਗਤੀ ਉੱਤਮ ਭਗਤੀ ਹੈ ਕਿ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਸੁਣਨਾ, ਕਥਾ ਸੁਣਨੀ, ਇਹ ਸਰਵਣ ਭਗਤੀ। ਸੁਣਨ ਦਾ ਏਡਾ ਵੱਡਾ ਮਹਾਤਮ ਹੈ। ਜਗਤ ਗੁਰੂ ਬਾਬਾ ਜੀ ਕਹਿੰਦੇ, ਸੁਣਿਆ ਸਿੱਧ ਪੀਰ ਸੁਰਨਾਥ। ਸੁਣਨ ਦਾ ਹੀ ਮਹਾਤਮ ਦੱਸਦੇ ਆ 4 ਪੌੜੀਆਂ 'ਚ। ਏਡਾ ਵੱਡਾ ਮਹਾਤਮ ਕਿ ਸੁਣਿਆ ਪੋਹੇ ਨਾ ਸਕੈ ਕਾਲ। ਜਿਹੜਾ ਸੁਣਦਾ ਹੈ ਕਾਲ ਉਹਨੂੰ ਪੋਹ ਨਹੀਂ ਸਕਦਾ, ਜੋ ਨਹੀਂ ਸਕਦਾ। ਜਨਮ ਸਾਖੀ 'ਚ ਜ਼ਿਕਰ ਆਉਂਦਾ ਹੈ ਕਿ ਇੱਕ ਕਾਕ ਪਸੁੰਡ ਰਿਸ਼ੀ ਨੂੰ ਗੁਰੂ ਨਾਨਕ ਸਾਹਿਬ ਮਿਲੇ ਨੇ। ਉਹ ਕਾਕ ਪਸੁੰਡ ਰਿਸ਼ੀ ਜੁਗਾਂ ਜੁਗਾਂ ਤੋਂ ਉਹਨੂੰ ਪੁੱਛਿਆ ਵੀ ਤੇਰੀ ਕਿੰਨੀ ਕੁ ਉਮਰ ਹੈ? ਭਾਈ ਮਰਦਾਨੇ ਨੇ ਕਹਿੰਦਾ, ਮੇਰੇ ਵੇਖਦਿਆਂ ਕਈ ਵਾਰ ਧਰਤੀ ਬਣੀ ਹੈ ਤੇ ਕਈ ਵਾਰ ਬਿਨਸੀ। ਉਦੋਂ ਦਾ ਹੀ ਉਹ ਕਥਾ ਕਰ ਰਿਹਾ ਲਗਾਤਾਰ ਨਿਰੰਤਰ, ਔਰ ਉਹਦੇ ਕੋਲ ਬੈਠੇ ਜਿਹੜੇ ਉਹਦੇ ਸਰੋਤੇ ਨੇ ਉਦੋਂ ਦੇ ਹੀ ਸੁਣ ਰਹੇ ਨੇ। ਇਹ ਸਰਵਣ ਭਗਤੀ। ਤੋ ਸੁਣਨ ਦਾ ਵੱਡਾ ਭਾਰੀ ਮਹਾਤਮ ਹੈ। ਸੁਣਿਆ, ਮੰਨਿਆ, ਮਨ ਕੀਤਾ ਭਾਉ। ਇਹ ਸ਼ਰਵਣ ਜਿਹੜੇ ਨੇ ਬੜੀ ਮਾਇਨਾ ਰੱਖਦੇ ਨੇ ਸਾਡੀ ਜ਼ਿੰਦਗੀ 'ਚ। ਅਸੀਂ ਜੋ ਸੁਣਦੇ ਹਾਂ ਉਹ ਸਾਡੇ ਹਿਰਦੇ 'ਚ ਉਤਰਦਾ, ਜੋ ਵੇਖਦੇ ਹਾਂ ਉਹ ਸਾਡੇ ਹਿਰਦੇ 'ਚ ਉਤਰਦਾ। ਤੋ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਸੁਣਨਾ, ਕਥਾ ਸੁਣਨਾ, ਇਹ ਵੱਡਾ ਮਹਾਤਮ ਹੈ, ਵੱਡਾ ਪੁੰਨ ਹੈ। ਗੁਰੂਦੇਵ ਦੇ ਪਾਵਨ ਸ਼ਬਦ ਦੀ ਕਥਾ ਸਰਵਣ ਕਰਨ ਲਈ ਆਪ ਜੀ ਇਸ ਵਕਤ ਗੁਰੂ ਚਰਨਾਂ 'ਚ ਤਤਪਰ ਹੋ ਕੇ ਜੁੜ ਬੈਠੇ ਹੋ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਇਕਾਗਰ ਕਰੋ। ਤੀਸਰੇ ਗੁਰਦੇਵ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦੇ 'ਚ ਧਾਰਦਿਆਂ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਸ਼ਲੋਕ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨਿਮਾਣਿਆਂ ਦੇ ਮਾਣ ਸਤਿਗੁਰਾਂ ਦਾ ਉਚਾਰਨ ਕੀਤਾ ਹੋਇਆ ਸੋਰਠ ਦੀ ਵਾਰ ਦਾ ਇਹ ਸ਼ਬਦ ਹੈ। ਗੁਰੂ ਦੀ ਸੇਵਾ ਨਾਲ ਹਿਰਦੇ ਵਿੱਚ ਸੁੱਖ ਉਪਜਦਾ ਹੈ, ਮਨ ਨੂੰ ਸਕੂਨ ਮਿਲਦਾ। ਸਤਿਗੁਰਾਂ ਦੀ ਸੇਵਾ ਕਰਨ ਵਾਲੇ ਗੁਰੂ ਕੇ ਸੇਵਕ ਇਸ ਅਵਸਥਾ ਨੂੰ ਚੰਗੀ ਤਰ੍ਹਾਂ ਸਮਝ ਸਕਣਗੇ ਕਿ ਪਾਤਸ਼ਾਹ ਦੀ ਸੇਵਾ ਵਿੱਚ ਸੁੱਖ ਹੈ, ਹਿਰਦੇ ਦਾ ਟਿਕਾਅ ਹੈ। ਉਹ ਸੇਵਾ ਬਿਨਾਂ ਰਹਿ ਨਹੀਂ ਸਕਦੇ। ਸੇਵਾ ਗੁਰੂ ਪਾਤਸ਼ਾਹ ਦੀ ਕਈ ਪ੍ਰਕਾਰ ਦੀ ਹੈ। ਇਹ ਕਥਾ ਸੁਣ ਰਹੇ ਹੋ, ਇਹ ਵੀ ਗੁਰੂ ਕੀ ਸੇਵਾ। ਕੀਰਤਨ ਸੁਣ ਰਹੇ ਹੋ, ਇਹ ਵੀ ਗੁਰੂ ਕੀ ਸੇਵਾ। ਜਿਸ ਵੀ ਕਰਮ ਦੁਆਰਾ ਤੁਹਾਨੂੰ ਆਪਣਾ ਗੁਰੂ ਚੇਤੇ ਆਵੇ, ਗੁਰੂ ਯਾਦ ਆਵੇ, ਉਹ ਸਾਰੀ ਸੇਵਾ। ਸੇਵਾ ਦਾ ਸੰਕਲਪ ਸਮਝ ਲਓ।
ਜਿਸ ਕੰਮ ਨੂੰ ਕੀਤਿਆਂ ਤੁਹਾਨੂੰ ਆਪਣਾ ਗੁਰੂ ਚੇਤੇ ਆਉਂਦਾ, ਗੁਰੂ ਯਾਦ ਆਉਂਦਾ, ਉਹ ਸੇਵਾ। ਔਰ ਚਾਹੇ ਤੁਸੀਂ ਗੁਰੂ ਘਰ ਵਿੱਚ ਸੇਵਾ ਕਰ ਰਹੇ ਹੋ ਪਰ ਤੁਹਾਡੇ ਹਿਰਦੇ ਵਿੱਚ ਗੁਰੂ ਚੇਤੇ ਨਹੀਂ ਹੈ ਤਾਂ ਮਾਫ ਕਰਨਾ, ਉਹ ਸੇਵਾ ਨਹੀਂ। ਜੇ ਤੁਹਾਡੀ ਸੁਰਤ ਵਿੱਚ ਆਪਣਾ ਗੁਰੂ ਚੇਤੇ ਨਹੀਂ, ਉਦਾਂ ਤੁਸੀਂ ਸੇਵਾ ਕਰ ਰਹੇ ਪਰ ਹਿਰਦੇ ਵਿੱਚ ਗੁਰੂ ਨਹੀਂ ਹੈ, ਹਿਰਦੇ 'ਚ ਗੁਰੂ ਦੀ ਸਿਮਰਤੀ ਨਹੀਂ ਹੈ। ਵੇਖਣ ਵਾਲੇ ਤਾਂ ਕਹਿਣਗੇ ਸੇਵਾ ਕਰ ਰਿਹਾ, ਪਰ ਇੱਕ ਅਭਿਆਸੀ ਗੁਰਸਿੱਖ ਜਦੋਂ ਵੇਖੇ ਤੇ ਉਹ ਕਹੇਗਾ ਇਹ ਸੇਵਾ ਨਹੀਂ ਹੋਏਗੀ ਜਦੋਂ ਹਿਰਦੇ ਵਿੱਚ ਗੁਰੂ ਦੀ ਸਿਮਰਤੀ ਨਹੀਂ। ਜੇ ਹਿਰਦੇ ਵਿੱਚ ਇੱਕ ਦੂਜੇ ਪ੍ਰਤੀ ਦਵੈਸ਼ ਹੈ ਕਿ ਉਹ ਫਲਾਣਾ ਮੇਰੇ ਅੱਗੋਂ ਇਹ ਕੰਮ ਕਿਵੇਂ ਕਰ ਜਾਏ, ਫਲਾਣਾ ਇਸ ਜਗ੍ਹਾ ਤੇ ਝਾੜੂ ਕਿਵੇਂ ਫੇਰ ਜੇ, ਇੱਥੇ ਤਾਂ ਮੈਂ ਫੇਰਦਾ, ਉੱਤੇ 20 ਸਾਲਾਂ ਤੋਂ ਫੇਰ ਰਿਹਾ, ਜੇ ਮਨ 'ਚ ਇਹੀ ਕੁਝ ਚੱਲ ਰਿਹਾ ਹੈ ਤਾਂ ਮਾਫ ਕਰਨਾ ਇਹ ਸੇਵਾ ਨਹੀਂ। ਇਹ ਵਿਖਾਵਾ ਤਾਂ ਹੋ ਸਕਦਾ ਹੈ, ਔਰ ਇਹ ਵਿਖਾਵਾ ਤੁਸੀਂ ਲੋਕਾਂ ਨੂੰ ਵਿਖਾ ਸਕਦੇ ਹੋ, ਮੇਰੇ ਗੁਰੂ ਦੀ ਦ੍ਰਿਸ਼ਟੀ ਵਿੱਚ ਇਹ ਸੇਵਾ ਨਹੀਂ। ਉਹ ਤਾਂ ਅੰਦਰ ਤੱਕ ਝਾਤੀ ਮਾਰ ਕੇ ਵੇਖ ਲੈਂਦੇ ਆ। ਸੇਵਾ ਉਹ ਹੈ ਜਿਸ ਸੇਵਾ ਦੇ ਦੌਰਾਨ ਤੁਹਾਨੂੰ ਆਪਣੇ ਗੁਰੂ ਦੀ ਸਿਮਰਤੀ ਬਣੀ, ਆਪਣੇ ਗੁਰੂ ਦਾ ਚੇਤਾ ਬਣਿਆ, ਔਰ ਐਸੀ ਸੇਵਾ ਕੀਤਿਆਂ ਹਿਰਦੇ ਨੂੰ ਸੁਖ ਪ੍ਰਾਪਤ ਹੁੰਦਾ, ਸਕੂਨ ਪ੍ਰਾਪਤ ਹੁੰਦਾ। ਔਰ ਇਹ ਸੇਵਾ ਇਸ ਤਰ੍ਹਾਂ ਹੋਵੇ ਕਿ ਸਮਰਪਣ ਭਾਵ ਨਾਲ ਹੋਵੇ, ਆਪਣੇ ਗੁਰੂ ਅੱਗੇ ਆਪਣਾ ਆਪਾ ਅਰਪਣ ਕਰਕੇ ਹੋਵੇ। ਇਹ ਗੁਰੂ ਕੀ ਸੇਵਾ। ਗੁਰ ਸੇਵਾ ਤੇ ਸੁਖ ਉਪਜੈ। ਜਦੋਂ ਇਹ ਸੁਖ ਉਪਜਦਾ ਨਾ, ਇਹਨੂੰ ਆਤਮਾ ਦਾ ਸੁਖ ਕਹਿੰਦੇ ਆ। ਇਸ ਸੁਖ ਦੇ ਉਪਜਦਿਆਂ ਫਿਰ ਜਨਮ ਤੇ ਮਰਨ ਦਾ ਦੁੱਖ ਨਹੀਂ ਲੱਗਦਾ, ਫਿਰ ਦੁੱਖ ਨਾ ਲੱਗਾ ਆਏ। ਸਤਿਗੁਰਾਂ ਦੀ ਐਸੀ ਸੇਵਾ ਕਰਦਿਆਂ ਹੋਇਆਂ ਜਨਮ ਤੇ ਮਰਨ ਦਾ ਦੁੱਖ ਉਹ ਆ ਕੇ ਨਹੀਂ ਵਿਆਪਦਾ, ਨਹੀਂ ਲੱਗਦਾ। ਜਦੋਂ ਆਤਮਿਕ ਸੁਖ ਮਿਲ ਗਿਆ ਗੁਰੂ ਦੀ ਸੇਵਾ ਕੀਤੇ। ਔਰ ਇਹ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦਾ ਆਪਣਾ ਨਿੱਜੀ ਤਜਰਬਾ ਹੈ ਜਿਹੜਾ ਸਤਿਗੁਰੂ ਜੀ ਸਾਡੇ ਨਾਲ ਸਾਂਝਾ ਕਰ ਰਹੇ ਨੇ। ਇੱਕ ਗੱਲ ਯਾਦ ਰੱਖਿਓ ਕਿ ਜਦੋਂ ਕੋਈ ਮਹਾਤਮਾ, ਕੋਈ ਮਹਾਪੁਰਸ਼, ਕੋਈ ਗੁਰਸਿੱਖ, ਕੋਈ ਸੰਤ, ਕੋਈ ਸਾਧੂ ਤੁਹਾਨੂੰ ਆਪਣਾ ਅਨੁਭਵ ਸਾਂਝਾ ਕਰਕੇ ਦੱਸਦਾ ਨਾ ਕਿ ਮੈਂ ਆਪਣੇ ਅੰਦਰ ਇਹ ਅਨੁਭਵ ਕੀਤਾ, ਤਾਂ ਉਸ ਅਨੁਭਵ ਦੀ ਕਦਰ ਕਰਿਆ ਕਰੋ, ਕਿਉਂਕਿ ਉਹ ਅਨੁਭਵ ਦੇਣ ਵੇਲੇ ਆਪਣੇ ਕਲੇਜੇ ਦੀ ਰੱਤ ਚੋ ਕੇ ਤੁਹਾਡੇ ਅੱਗੇ ਪਰੋਸਦਾ। ਜੋ ਨੇ ਮਾਣਿਆ ਹੁੰਦਾ ਉਹ ਤੁਹਾਨੂੰ ਜੇ ਸਾਂਝਾ ਕਰਕੇ ਦੱਸਦਾ ਤਾਂ ਉਹਦੀ ਕਦਰ ਕਰਿਆ ਕਰੋ, ਕਿਉਂਕਿ ਉਹਨੇ ਆਪਣਾ ਕਲੇਜੇ ਦੀ ਰੱਤ ਚੋ ਕੇ ਤੁਹਾਡੇ ਅੱਗੇ ਦਿੱਤੀ। ਇੰਨਾ ਜੋ ਰਸ ਉਸਨੇ ਮਾਣਿਆ ਉਹ ਬਿਆਨ ਕਰਕੇ ਤੁਹਾਡੇ ਕੋਲ ਸਾਂਝਾ ਕੀਤਾ। ਬੜਾ ਔਖਾ ਹੈ ਆਪਣਾ ਅਨੁਭਵ ਕਿਸੇ ਨੂੰ ਦਸੀਏ ਤੇ ਅਨੁਭਵ ਚਲਾ ਜਾਂਦਾ। ਤੁਸੀਂ ਕਿਸੇ ਅਵਸਥਾ ਨੂੰ ਮਾਣਦੇ ਹੋ, ਜਦੋਂ ਕਿਸੇ ਨੂੰ ਦੱਸਦੇ ਹੋ ਤੇ ਕਹਿੰਦੇ ਜਦੋਂ ਦਾ ਫਲਾਣੇ ਨੂੰ ਦੱਸਿਆ ਮੇਰੇ ਅੰਦਰੋਂ ਇਹ ਖੇਡ ਚਲੀ ਗਈ। ਪਰ ਗੁਰੂ ਪੀਰਾਂ ਵਾਸਤੇ ਲਾਗੂ ਨਹੀਂ ਹੁੰਦਾ, ਉਹ ਤਾਂ ਹੈ ਨਹੀਂ ਪਰਮੇਸ਼ਵਰ। ਉਹ ਆਪਣਾ ਅਨੁਭਵ ਦੱਸ ਵੀ ਦੇਣ ਤਾਂ ਉਹਨਾਂ ਅੰਦਰ ਜਿਉਂ ਕਿ ਤਿਉਂ ਅਵਸਥਾ ਰਹਿੰਦੀ ਹੈ, ਕਿਉਂਕਿ ਉਹ ਤੁਰਿਆ ਪਦ ਵਿੱਚ ਨੇ। ਪਰ ਇੱਕ ਸਾਧਕ, ਸਾਧਨਾ ਕਰਨ ਵਾਲਾ ਜਦੋਂ ਆਪਣਾ ਅਨੁਭਵ ਤੁਹਾਡੇ ਨਾਲ ਸਾਂਝਾ ਕਰਦਾ ਤਾਂ ਉਹ ਬੜੇ ਜਿਗਰੇ ਨਾਲ, ਬੜੇ ਹੌਸਲੇ ਨਾਲ ਕਰਦਾ। ਗੁਰੂ ਪਾਤਸ਼ਾਹ ਆਪ ਸਵਯੰ ਪਰਮੇਸ਼ਵਰ ਨੇ, ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ, ਪਰ ਉਹਨਾਂ ਨੇ ਸੇਵਕ ਬਣ ਕੇ ਸੇਵਾ ਕਰਕੇ ਜੋ ਮਾਣਿਆ ਉਹ ਸਾਡੇ ਤੱਕ ਦੱਸ ਰਹੇ ਨੇ ਕਿ ਐਸਾ ਸੁੱਖ ਉਪਜਦਾ ਹੈ ਕਿ ਫਿਰ ਜਨਮ ਤੇ ਮਰਨ ਦਾ ਦੁੱਖ ਗੁਰੂ ਕੀ ਸੇਵਾ ਕਰਨ ਵਾਲੇ ਉਸ ਸੇਵਾਦਾਰ ਨੂੰ ਨਹੀਂ ਵਿਆਪਦਾ। ਜੰਮਣ ਮਰਣਾ ਮਿਟ ਗਿਆ, ਕਾਲੈ ਕਾ ਕਿਛ ਨਾ ਬਸਾਏ। ਔਰ ਗੁਰੂ ਦੀ ਸੇਵਾ
ਕਿਸ ਹੱਦ ਤੱਕ ਸਮਰਪਣ ਭਾਵ ਨਾਲ ਹੁੰਦੀ ਹੈ। ਰਾਤ ਦਾ ਵੇਲਾ ਹੈ, ਮੀਂਹ ਪੈ ਰਿਹਾ, ਇੱਕ ਸ਼ਤੀਰ ਟੁੱਟ ਗਿਆ, ਆਖਿਆ ਲੈਣਿਆ ਇਹ ਸ਼ਤੀਰ ਥੱਲੇ ਮੋਢਾ ਦਿਓ। ਸਾਰੀ ਰਾਤ ਅਡੋਲ ਹੋ ਕੇ ਮੋਢਾ ਦੇ ਕੇ ਖਲੋਤੇ ਰਹੇ। ਮੋਢਾ ਸੁੰਨ ਹੋ ਗਿਆ, ਪਰ ਉੱਥੋਂ ਟੱਸ ਤੋਂ ਮਸ ਨਹੀਂ ਹੋਏ। ਮੇਰੇ ਗੁਰੂ ਬਾਬੇ ਨੇ ਇਹ ਸੇਵਾ ਲਾਈ ਹੈ ਤਾਂ ਮੈਂ ਇਸ ਸੇਵਾ ਵਿੱਚ ਤਤਪਰ ਹੋ ਕੇ ਖਲੋਤਾ ਰਹਾ। ਰਾਤ ਬੀਤ ਗਈ, ਅਗਲਾ ਦਿਨ ਚੜ ਗਿਆ। ਫਿਰ ਪਤਾ ਲੱਗਾ ਵੀ ਭਾਈ ਲਹਿਣਾ ਜੀ ਤਾਂ ਮੋਢਾ ਦੇ ਕੇ ਸ਼ਤੀਰ ਥੱਲੇ ਖਲੋਤੇ ਨੇ। ਭੱਜ ਕੇ ਸੇਵਾਦਾਰ ਆਏ ਤੇ ਸ਼ਤੀਰ ਬਦਲਿਆ। ਇਹ ਜਨਮ ਸਾਖੀ ਦੇ ਬਚਨ ਨੇ ਕਿ ਸੇਵਾ ਇਸ ਤਰੀਕੇ ਨਾਲ ਹੋਵੇ, ਸਮਰਪਣ ਭਾਵ ਨਾਲ, ਆਪਣਾ ਆਪਾ ਜਣਾ ਕੇ ਨਹੀਂ। ਜਦੋਂ ਕੋਈ ਇਸ ਤਰ੍ਹਾਂ ਸੇਵਾ ਕਰਦਾ ਤੇ ਫਿਰ ਉਹਦਾ ਜੰਮਣਾ ਤੇ ਮਰਨਾ ਮਿਟ ਜਾਂਦਾ। ਜੰਮਣ ਮਰਨਾ ਮਿਟ ਗਿਆ, ਜੰਮਣਾ ਮਰਨਾ ਮਿਟ ਜਾਂਦਾ। ਕਾਲੈ ਕਾ ਕਿਛ ਨਾ ਬਸਾਏ, ਉਹਦੇ ਤੇ ਕਲਯੁਗ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਕਾਲੈ ਦਾ ਅਰਥ ਮਹਾਂਪੁਰਸ਼ਾਂ ਨੇ ਕਲਯੁਗ ਵੀ ਕੀਤਾ। ਕਲਯੁਗ ਦਾ ਉਹਨਾਂ ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਰੱਬ ਦੇ ਪਿਆਰਿਆਂ ਦੀ ਇਹ ਅਵਸਥਾ ਹੈ ਕਿ ਉਹ ਤਾਂ ਕਲਯੁਗ ਵਿੱਚ ਵੀ ਸਤਯੁਗ 'ਚ ਹੀ ਵਿਚਰਦੇ ਹੈ। ਕਲਯੁਗ ਕਿਹਨਾਂ ਵਾਸਤੇ ਹੈ? ਜਿਨ੍ਹਾਂ ਨੂੰ ਰੱਬ ਵਿਸਰੇ, ਜਿਨ੍ਹਾਂ ਨੂੰ ਪਰਮੇਸ਼ਰ ਵਿਸਰਿਆ ਉਹਨਾਂ ਲਈ ਕਲਯੁਗ ਹੈ। ਜਿਨ੍ਹਾਂ ਨੂੰ ਰੱਬ ਚੇਤਿਆ ਉਹਨਾਂ ਲਈ ਕਾਹਦਾ ਕਲਯੁਗ? ਉਹ ਤਾਂ ਕਲਯੁਗ 'ਚ ਵੀ ਸਤਯੁਗ ਦਾ ਆਨੰਦ ਮਾਣਦੇ। ਫਿਰ ਕਲਯੁਗ ਦਾ ਉਹਨਾਂ ਤੇ ਕੋਈ ਪ੍ਰਭਾਵ ਨਹੀਂ। ਫਿਰ ਕਾਲੈ ਦਾ ਅਰਥ ਮਹਾਂਪੁਰਸ਼ਾਂ ਨੇ ਕਾਲਾ ਅਗਿਆਨ ਵੀ ਕੀਤਾ ਕਿ ਜਿਹੜੇ ਇਸ ਤਰ੍ਹਾਂ ਸੇਵਾ ਕਰਦੇ ਨੇ ਉਹਨਾਂ ਤੇ ਕਾਲੇ ਅਗਿਆਨ ਦਾ ਵੀ ਕੋਈ ਵਸ ਨਹੀਂ ਚੱਲਦਾ। ਹਰ ਸੇਤੀ ਮਨ ਰਵ ਰਹਿਆ, ਸੱਚੇ ਰਹਿਆ ਸਮਾਏ। ਹਰੀ ਦੀ ਸੇਵਾ ਕੀਤਿਆਂ ਹਰ ਸੇਤੀ ਹਰੀ ਦੇ ਨਾਲ ਉਹਨਾਂ ਦਾ ਮਨ ਰਮ ਜਾਂਦਾ ਹੈ, ਭੇਦ ਹੋ ਜਾਂਦਾ ਹੈ। ਸੱਚੇ ਰਿਹਾ ਸਮਾਏ, ਉਹ ਸੱਚ ਵਿੱਚ ਸਦਾ ਵਾਸਤੇ ਸਮਾ ਜਾਂਦੇ ਨੇ, ਅਭੇਦ ਹੋ ਜਾਂਦੇ ਹਨ। ਨਾਨਕ ਹਉ ਬਲਿਹਾਰੀ ਤਿਨ ਕੋ, ਜੋ ਚੱਲਨ ਸਤਿਗੁਰ ਪਾਏ। ਧੰਨ ਸ਼੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਫਰਮਾਉਂਦੇ ਹਨ, ਹਉ ਬਲਿਹਾਰੀ ਤਿਨ ਕੋ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਜਿਹੜੇ ਆਪਣੇ ਸਤਿਗੁਰਾਂ ਦੇ ਭਾਣੇ ਵਿੱਚ, ਸਤਿਗੁਰਾਂ ਦੀ ਰਜ਼ਾ ਵਿੱਚ ਚੱਲਦੇ ਨੇ। ਜੋ ਚੱਲਨ ਸਤਿਗੁਰ ਭਾਏ, ਜਿਹੜੇ ਸਤਿਗੁਰਾਂ ਦੇ ਭਾਣੇ ਵਿੱਚ, ਸਤਿਗੁਰਾਂ ਦੇ ਹੁਕਮ 'ਚ ਤੇ ਰਜ਼ਾ ਵਿੱਚ ਚੱਲਦੇ ਨੇ, ਮੈਂ ਉਹਨਾਂ ਤੋਂ ਵਾਰੇ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਮਹੱਲਾ ਤੀਜਾ। ਬਿਨ ਸ਼ਬਦ ਸੁਧ ਨ ਹੋਵਈ, ਜੇ ਅਨੇਕ ਕਰੈ ਸੀਗਾਰ। ਸਤਿਗੁਰਾਂ ਦੇ ਸ਼ਬਦ ਤੋਂ ਬਿਨਾਂ ਅੰਤਸ਼ਕਰਣ ਦੀ ਸ਼ੁੱਧੀ ਨਹੀਂ ਹੁੰਦੀ। ਜਦੋਂ ਤੱਕ ਅਸੀਂ ਸਿਮਰਨ ਸਾਧਨਾ ਵਿੱਚ ਨਹੀਂ ਜੁੜਦੇ, ਜਦੋਂ ਤੱਕ ਸ਼ਬਦ ਦੀ ਕਮਾਈ ਨਹੀਂ ਕਰਦੇ, ਜਦੋਂ ਤੱਕ ਸ਼ਬਦ ਨੂੰ ਹਿਰਦੇ ਵਿੱਚ ਨਹੀਂ ਵਸਾਉਂਦੇ, ਉਦੋਂ ਤੱਕ ਹਿਰਦਾ ਸ਼ੁੱਧ ਨਹੀਂ ਹੁੰਦਾ। ਸਤਿਗੁਰਾਂ ਦੇ ਸ਼ਬਦ ਦੀ ਕਮਾਈ ਸਾਡੇ ਹਿਰਦੇ 'ਚੋਂ ਮੈਲ ਧੋਂਦੀ ਹੈ। ਜਿਵੇਂ ਜਿਵੇਂ ਸ਼ਬਦ ਦੀ ਸਾਧਨਾ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਕਹਿ ਕੇ, ਤਿਵੇਂ ਤਿਵੇਂ ਅੰਤःਕਰਣ ਦੀ ਮੈਲ ਧੁੱਪਦੀ ਹੈ, ਮੈਲ ਦੀ ਨਿਰਵਿਰਤੀ ਹੁੰਦੀ। ਇਸ ਕਰਕੇ ਪਾਤਸ਼ਾਹ ਕਹਿੰਦੇ ਸਤਿਗੁਰਾਂ ਦੇ ਸ਼ਬਦ ਤੋਂ ਬਿਨਾਂ ਹਿਰਦਾ ਸ਼ੁੱਧ ਨਹੀਂ ਹੁੰਦਾ। ਚਾਹੇ ਅਨੇਕਾਂ ਪ੍ਰਕਾਰ ਦੇ ਕੋਈ ਸ਼ਿੰਗਾਰ ਕਰ ਲਵੇ, ਪਿਰ ਕੀ ਸਾਰ ਨ ਜਾਣਈ, ਦੂਜੈ ਪਾਏ ਪਿਆਰ। ਜਿਹੜੀਆਂ ਜੀਵ ਰੂਪੀ ਇਸਤਰੀਆਂ ਦਾ ਹਿਰਦਾ ਮੈਲਾ ਹੈ ਤੇ ਬਾਹਰੋਂ ਸ਼ਿੰਗਾਰ ਕਰਦੀਆਂ ਨੇ ਕਰਮ ਕਾਂਡਾਂ ਦੇ, ਉਹ ਆਪਣੇ ਪਿਰ ਪਤੀ ਪ੍ਰਮਾਤਮਾ ਦੀ ਸਾਰ ਨੂੰ ਨਹੀਂ ਜਾਣਦੀਆਂ। ਉਹਨਾਂ ਦੇ ਹਿਰਦੇ 'ਚ ਦੂਜੇ ਭਾਅ ਦੁਬਦਾ ਦੇ ਵਿੱਚ ਲੱਗੀਆਂ ਹੋਈਆਂ ਦੇ ਹਿਰਦਿਆਂ ਵਿੱਚ
ਦੁਬਦਾ ਵਾਲਾ ਦੁਬੈਸ਼ ਵਾਲਾ ਪਿਆਰ ਬਣਿਆ ਰਹਿੰਦਾ ਹੈ। ਸਾਕ ਸੁਧ ਸਾਕ ਲਖਣੀ ਨਾਨਕ ਨਾਰੀ ਵਿੱਚ ਕੁਨਾਰ। ਉਹ ਜੀਵ ਰੂਪੀ ਇਸਤਰੀਆਂ ਅਸਲ ਵਿੱਚ ਕੁਸੁੱਧ ਨੇ, ਅਪਵਿੱਤਰ ਨੇ, ਕੁਲੱਖਣੀਆਂ ਹਨ, ਮਾੜੇ ਲੱਛਣਾਂ ਵਾਲੀਆਂ। ਪਾਤਸ਼ਾਹ ਕਹਿੰਦੇ ਉਹ ਨਾਰਾਂ ਵਿੱਚ ਖੋਟੀਆਂ ਨਾਰਾਂ ਨੇ, ਨਾਰੀ ਵਿੱਚ ਕੁਨਾਰ, ਜਿਹੜੀਆਂ ਆਪਣੇ ਪਿਰ ਦੀ ਸਾਰ ਨਹੀਂ ਜਾਣਦੀਆਂ ਤੇ ਦੂਜੇ ਭਾਅ ਦੁਬਦਾ ਵਿੱਚ ਲੱਗੀਆਂ ਹੋਈਆਂ, ਆਪਣੇ ਗੁਰੂ ਦਾ ਪੱਲਾ ਛੱਡ ਕੇ ਹੋਰ ਮੜੀਆਂ ਕਬਰਾਂ ਨੂੰ ਪੂਜਦੀਆਂ ਫਿਰਦੀਆਂ ਨੇ। ਆਪਣੇ ਗੁਰੂ ਦਾ ਪੱਲਾ ਛੱਡ ਕੇ, ਗੁਰੂ ਦਾ ਆਸਰਾ ਛੱਡ ਕੇ ਧਾਗਿਆਂ ਤਵੀਤਾਂ ਦੇ ਉੱਤੇ ਆਪਣਾ ਭਰੋਸਾ ਬਣਾਈ ਬੈਠੀਆਂ ਨੇ। ਉਹ ਕੁਸੁੱਧ ਨੇ, ਉਹ ਕੁਲੱਖਣੀਆਂ ਨੇ, ਉਹ ਖੋਟੀਆਂ ਨਾਰਾਂ ਨੇ। ਹਾਂਜੀ। ਪੌੜੀ ਹਰ ਹਰ ਆਪਣੀ ਦਇਆ ਕਰ, ਹਰ ਬੋਲੀ ਬੈਣੀ। ਪੌੜੀ ਮਹਾਰਾਜ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਉਚਾਰਨ ਕਰ ਰਹੇ ਨੇ। ਹਰ ਹਰ ਆਪਣੀ ਦਇਆ ਕਰ। ਹੇ ਹਰੀ ਜੀ, ਸਾਡੇ ਤੇ ਆਪਣੀ ਦਇਆ ਕਰੋ। ਹਰ ਬੋਲੀ ਬੈਣੀ, ਇਹ ਦਇਆ ਕਰੋ ਕਿ ਅਸੀਂ ਆਪਣੀ ਰਸਨਾ ਤੋਂ ਤੁਹਾਡੀ ਬਾਣੀ ਬੋਲੀਏ, ਇਸ ਰਸਨਾ ਤੋਂ ਤੁਹਾਡੀ ਅੰਮ੍ਰਿਤਮਈ ਬਾਣੀ ਦਾ ਜਾਪ ਜਪੀਏ। ਹਰ ਨਾਮ ਧਿਆਈ ਹਰ ਉਚਰਾ, ਹਰ ਲਾਹਾ ਲੈਣੀ। ਹਰੀ ਦਾ ਨਾਮ ਧਿਆਵਾਂ, ਹਰੀ ਦੇ ਨਾਮ ਨੂੰ ਹੀ ਉਚਰਾਂ ਤੇ ਹਰੀ ਦੇ ਨਾਮ ਦਾ ਹੀ ਲਾਹਾ ਲੈਣ ਵਾਲੀ ਹੋਵਾਂ, ਕਿ ਹਰ ਵੇਲੇ ਹਰੀ ਦੇ ਨਾਮ ਦਾ ਹੀ ਲਾਹਾ ਲਈਏ। ਇਹ ਲਾਹਾ ਹੀ ਹੈ ਜਿਹੜਾ ਭਜਨ ਕਰ ਲੈਣਾ, ਸਮਾਂ ਸਫਲ ਹੋ ਜਾਣਾ, ਇਹੀ ਲਾਹਾ ਹੈ। ਮਾਨਸ ਜਨਮ ਕਾ ਇਹੀ ਲਾਹੋ। ਮਨੁੱਖੀ ਜ਼ਿੰਦਗੀ ਦਾ ਲਾਹਾ ਹੀ ਇਹ ਹੈ ਕਿ ਜਿਹੜਾ ਸਮਾਂ ਪਰਮੇਸ਼ਰ ਦੀ ਯਾਦ 'ਚ ਗੁਜ਼ਰ ਜਾਏ। ਜੋ ਜਪਦੇ ਹਰ ਹਰ ਦਿਨ ਸਰਾਤ, ਤਿਨ ਹੋ ਕੁਰਬਾਨੀ। ਜਿਹੜੇ ਉਸ ਵਾਹਿਗੁਰੂ ਨੂੰ ਰਾਤ ਦਿਨ ਜਪਦੇ ਨੇ, ਰਾਤ ਦਿਨ ਆਰਾਧਦੇ ਨੇ, ਮੈਂ ਤਿਨਾਂ ਤੋਂ ਕੁਰਬਾਨ ਜਾਂਦੀ ਹਾਂ, ਉਹਨਾਂ ਤੋਂ ਵਾਰੇ-ਵਾਰੇ ਜਾਂਦੀ ਹਾਂ, ਉਹਨਾਂ ਤੋਂ ਬਲਿਹਾਰ ਜਾਂਦੀ ਹਾਂ, ਜਿਹੜੇ ਅੱਠੇ ਪੈਰ ਨਿਰੰਤਰ ਉਸ ਵਾਹਿਗੁਰੂ ਦੇ ਜਾਪ ਨੂੰ ਜਪਦੇ ਹਨ। ਜਿਨ੍ਹਾਂ ਸਤਿਗੁਰ ਪਿਆਰਾ, ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਆਰਾਧਿਆ, ਤਿਨ ਜਨ ਦੇਖਾ ਨੈਣੀ। ਜਿਨ੍ਹਾਂ ਨੇ ਮੇਰੇ ਸਤਿਗੁਰੂ ਪਿਆਰੇ ਨੂੰ ਆਰਾਧਿਆ, ਜਿਹੜੇ ਰਾਤ ਦਿਨ ਵਾਹਿਗੁਰੂ 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 ਦੇ ਜਾਪ ਨੂੰ ਜਪਦੇ ਨੇ। ਹੇ ਵਾਹਿਗੁਰੂ, ਮੇਰੇ ਤੇ ਤਰਸ ਕਰੋ, ਮੈਂ ਤਿਨਾਂ ਜਨਾਂ ਦੇ ਆਪਣੇ ਨੇਤਰਾਂ ਨਾਲ ਦਰਸ਼ਨ ਕਰਾਂ। ਤਿੰਨ ਜਨ ਦੇਖਾ ਨੈਣੀ, ਉਹਨਾਂ ਜਨਾਂ ਨੂੰ ਹੇ ਵਾਹਿਗੁਰੂ ਆਪਣਿਆਂ ਨੇਤਰਾਂ ਨਾਲ ਵੇਖਾਂ। ਹਾਂ ਵਾਰੇ ਆਪਣੇ ਗੁਰੂ ਕੋ, ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ। ਮੈਂ ਆਪਣੇ ਗੁਰੂ ਤੋਂ ਵਾਰੇ-ਵਾਰੇ ਜਾਂਦਾ ਹਾਂ, ਆਪਣੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ। ਮੇਰੇ ਜਿਸ ਗੁਰੂ ਨੇ ਮੈਨੂੰ ਅੰਤਸ਼ ਕਰਨ ਦੀ ਸੇਜਾ ਉੱਤੇ ਹਰੀ ਮਿਲਾ ਦਿੱਤਾ, ਅੰਦਰੋਂ ਹੀ ਮਿਲਾ ਦਿੱਤਾ, ਜਿਸ ਨੂੰ ਮੈਂ ਬਾਹਰ ਲੱਭਦਾ ਫਿਰਦਾ ਸੀ, ਮੇਰੇ ਜਿਸ ਗੁਰੂ ਨੇ ਮੈਨੂੰ ਮੇਰੇ ਅੰਤਸ਼ ਕਰਨ ਦੇ ਵਿੱਚੋਂ ਹੀ ਅੰਤਸ਼ ਕਰਨ ਦੀ ਸੇਜਾ ਤੇ ਹੀ ਮਿਲਾ ਦਿੱਤਾ, ਮੈਂ ਆਪਣੇ ਐਸੇ ਗੁਰੂ ਤੋਂ ਵਾਰੇ ਜਾਵਾਂ, ਆਪਣੇ ਐਸੇ ਗੁਰੂ ਤੋਂ ਬਲਿਹਾਰ ਜਾਵਾਂ, ਕੁਰਬਾਨ ਜਾਵਾਂ।